सिर्फ नवजोत सिंह सिद्धू जी ने चाहा तो उन्होंने उत्थे भेज के इलैक्शन लड़वाती और मैं उस चीज़ तो खफा होके और परिवारवाद तो और जो इन्हों की लीडरशिप विच कमजोरियां हैं उन्होंने देख के भाजपा विच आई। उस व्यक्ति ने पूरे पंजाब विच अज तक का रिकॉर्ड कायम किया है, 75,000 वोटां ते वो हारे है। कांग्रेस पार्टी तो कहती है कि असीं हर एक नूं मौका दे रहे हैं, जो बनदा मान सम्मान है असीं हर पार्टी के वर्कर नूं दे रहे हैं। उदों तक ही मौका दिता जाता है जब तक वो व्यक्ति उन्होंने वास्ते बंदे ढोंदा है, उन्होंने वास्ते बसां लेके आंदा है, उस पार्टी नूं चलाउण वास्ते खर्चा करता है। जिस दिन उन्होंने लगता है कि इस बंदे की हुण इस तो वध क्षमता नहीं है, इनू जिन्ना असीं निचोड़ सकते सी असीं निचोड़ लिया, तो उस तो बाद उस बंदे नूं ये बिल्कुल गोल करके एक साइड ते जिवें कागज़ का टुकड़ा असीं सुट्टदे उवें डस्टबिन विच सुੱਟ दिंदे ने। इन्हां दीयां पार्टियां नूं NGO चला रही ने, वो बिल्कुल ही यूथ कांग्रेस में इन्होंने एक कॉरपोरेट सिस्टम बनाता है, पैसे इकट्ठे करने की मशीन है, नौजवानों को ठगन की मशीन है। तरीके नाल ठग रही है ये इस तरीके ਦੀਆਂ ਐਪਸ बना के चोणा करा के झूठ बोल के उन्होंने नौजवानों के पैसों को लुट रही। और मैं तो इन्हों ये भी पुछदी हाँ कि ਜਿਹੜੀਆਂ ਤੁਸੀਂ ਕਿਸੇ ਦੀਆਂ ਵੋਟਸ ਕੈਂਸਲ ਕੀਤੀਆਂ ਕੀ ਤੁਸੀਂ ਉਹਦੇ ਪੈਸੇ ਇਹਨਾਂ ਨੂੰ ਮੋੜ ਦਿੱਤੇ? ਜਿਹੜੀਆਂ ਵੋਟਾਂ ਤੁਸੀਂ ਆਪ ਹੀ ਡਿਨਾਈ ਕਰ ਰਹੇ ਹੋ ਕਿ ਇਹ ਵੋਟਸ ਸਟੈਂਡ ਨਹੀਂ ਕਰਦੀਆਂ, ਇਹ ਵੋਟਸ ਜਾਲੀ ਨੇ ਜਾਂ ਇਹ ਡਮੀ ਵੋਟਸ ਨੇ, ਉਹਦੇ ਪੈਸੇ ਮੋੜ ਦਿਓ ਤੁਸੀਂ। ਕਿੰਨਾ ਤੁਸੀਂ ਅਮਾਉਂਟ ਦਾ ਜ਼ਿਕਰ ਕਰ ਰਹੇ ਸੀ? ਹਰ ਕੈਂਡੀਡੇਟ ਦਾ ਕਰੋੜਾਂ 'ਚ ਖਰਚਾ ਹੋਇਆ ਜੀ। ਜੇ ਮੈਂ ਅਕਸ਼ੇ ਜੀ ਦੀ ਗੱਲ ਕਰਾਂ 5 ਤੋਂ 6 ਕਰੋੜ ਰੁਪਈਆ ਇਹਨਾਂ ਦਾ ਲੱਗਿਆ ਵਾਈਟ ਵਿੱਚ। कि अपने अंदर झाती मार के लोग देखण कि राहुल गांधी जे सोच इन्हां नूं भेज रहा है वो सोच नूं ਇਹ पूरा कर पा रहे ने। ਮੇਨ ਕਾਰਨ ਕੀ ਸੀਗੇ ਕਿ ਉਹਨਾਂ ਦੇ ਵਿੱਚ ਤੁਹਾਡੀ ਜਿਹੜੀ ਆਵਾਜ਼ ਆ ਉਹ ਦੱਬੀ ਜਾ ਰਹੀ ਸੀਗੀ ਜਾਂ ਫਿਰ ਕੁਝ ਹੋਰ ਕਾਰਨ ਹੈਗੇ? ਤੁਸੀਂ ਇਹਨਾਂ ਦੀਆਂ ਵਾਸਤੇ ਸਟੇਜਾਂ ਤੇ ਕੁਰਸੀਆਂ ਲਾਉਣੀਆਂ ਬੰਦ ਕਰ ਦਿਓ। ਤੁਸੀਂ ਆਪਣੀ ਲੜਾਈ ਆਪ ਲੜੋ, ਆਪਣੇ ਸੂਬੇ ਦੀ ਲੜਾਈ ਲੜੋ, ਆਪਣੇ ਦੇਸ਼ ਦੀ ਲੜਾਈ ਲੜੋ, ਨਾ ਕਿ ਇਹਨਾਂ ਦੇ ਮਗਰ ਲੱਗ ਕੇ, ਇਹਨਾਂ ਦੇ ਝੂਠੇ ਸੁਪਨਿਆਂ ਦੇ ਮਗਰ ਲੱਗ ਕੇ ਤੁਸੀਂ ਆਪਣਾ ਫਿਊਚਰ ਖਰਾਬ ਕਰੋ। ਜੇ ਟਵਿੱਟਰ ਦੇ ਉੱਤੇ ਲਿਖ ਡਿਸਪਲਿਨ ਪੈਦਾ ਹੁੰਦਾ ਤੇ ਅੱਜ ਤੋਂ ਪਹਿਲਾਂ ਪਾਰਟੀਆਂ ਦੇ ਵਿੱਚ ਡਿਸਪਲਿਨ ਨਹੀਂ ਹੋਣੇ ਸੀ। ਭਾਜਪਾ ਲਗਾਤਾਰ ਆਪਣਾ ਪਰਿਵਾਰ ਜਿਹੜਾ ਉਹ ਵਧਾਉਂਦੀ ਨਜ਼ਰ ਆ ਰਹੀ ਹੈ, ਤਾਂ ਪਿਛਲੇ ਦਿਨੇ ਵੀ ਜਿਹੜਾ ਕੌਮਾਂਤਰੀ ਮੀਟਿੰਗ ਜਿਹੜੀ ਹੈ ਰੱਖੀ ਗਈ ਸੀ, ਤਾਂ ਅੱਜ ਵੀ ਮੀਟਿੰਗ ਦੌਰਾਨ ਜਿਹੜਾ ਵਾ ਵੱਡੇ ਜਿਹੜੇ ਐਲਾਨ ਕੀਤੇ ਗਏ ਨੇ, ਤਾਂ ਕੁਝ ਪਾਰਟੀਆਂ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ। ਤਾਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਜ਼ਰੂਰ ਲੱਗਣਾ ਹੁਣ ਸ਼ੁਰੂ ਹੋਏਗਾ, ਕਿਉਂਕਿ ਲਗਾਤਾਰ ਜਿਹੜੇ ਨੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ, ਆਗੂ ਨੇ, ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਿਹੜਾ ਲੱਗ ਪਏ ਨੇ। ਤਾਂ ਅੱਜ ਸਾਡੇ ਨਾਲ ਮੌਜੂਦ ਨੇ ਸਾਬਕਾ NSUI ਦੇ ਪ੍ਰਧਾਨ ਅਕਸ਼ੇ ਸ਼ਰਮਾ ਜੀ ਮੌਜੂਦ ਨੇ, ਸਾਡੇ ਨਾਲ ਗੱਲਬਾਤ ਕਰਦੇ ਹਾਂ। ਸਰ, ਕਾਂਗਰਸ ਛੱਡ ਕੇ BJP ਦਾ ਜਿਹੜਾ ਕਮਲ ਫੜ ਲਿਆ, ਕੀ ਕਹਿਣਾ ਚਾਹੋਗੇ? देखो, मैं धन्नवाद करना चाहूँगा सुनील जाखड़ जी का, रूपानी जी का, तो मेरी भैन है दामन बाजवा जी का, खन्ना जी का, जिन्हों ने भी ये एक बिल्कुल आम घर के नौजवान को मौका दिता कि वो किस तरीके दे नाल भाजपा च आके काम कर सके। ਜੀ, ਅਤੇ ਕਾਂਗਰਸ ਦੇ ਵਿੱਚ ਕੀ ਕੁਝ ਕਮੀਆਂ ਕੰਮ ਨੂੰ ਲੈ ਕੇ ਆਈਆਂ ਜਾਂ ਅਹੁਦੇ ਨੂੰ ਲੈ ਕੇ ਆਈਆਂ, ਕਿਸ ਤਰੀਕੇ ਦੇ ਨਾਲ ਜਿਹੜੀਆਂ ਉੱਥੇ ਮਨ ਮੁਟਾਵ ਹੋ ਗਿਆ ਜਿਹੜਾ ਹੁਣ BJP ਦੇ ਵਿੱਚ ਸ਼ਾਮਲ ਹੋਣਾ ਪਿਆ? देखो, कमियां किसी ऑर्गेनाइजेशन या किसी पार्टी दे विच नहीं होंदियां, उन्होंने चलाउण वाले कुछ लोग ऐसे आके बैठ जाते हैं जिन्हां लोगों के नाल काम करना तुहानूं बहुत ज़्यादा एक घुटन महसूस कराउण लग पैंदा है। इस करके उस घुटन तो दूर होंदियां होया अज बहुत सख्त स्टैप चुकना पिया। ਕਾਰਨ ਕੀ ਹੈਗਾ ਕਿ ਕਾਂਗਰਸ ਨੂੰ ਇੰਨਾ ਲੰਮਾ ਸਮਾਂ ਤੁਸੀਂ ਹੰਡਾਇਆ ਹੈਗਾ ਤੇ ਕਾਂਗਰਸ ਦਾ ਪੱਲਾ ਜਿਹੜਾ ਹੁਣ ਜਕਦਮ ਛੱਡ ਦਿੱਤਾ? ਮੇਨ ਕਾਰਨ ਕੀ ਸੀਗੇ ਕਿ ਉਹਨਾਂ ਦੇ ਵਿੱਚ ਤੁਹਾਡੀ ਜਿਹੜੀ ਆਵਾਜ਼ ਆ ਉਹ ਦੱਬੀ ਜਾ ਰਹੀ ਸੀਗੀ ਜਾਂ ਫਿਰ ਕੁਝ ਹੋਰ ਕਾਰਨ ਹੈਗੇ? ਨਹੀਂ, ਪੱਲਾ ਛੱਡਣ ਦੇ ਲਈ ਨਹੀਂ ਹੈ। ਇਹ ਕਾਂਗਰਸ ਦਾ ਪੱਲਾ ਤੇ ਸਿਰਫ ਲੀਡਰਾਂ ਦੇ ਬੱਚਿਆਂ ਵਾਸਤੇ ਹੈ, ਉਹਨਾਂ ਸਰਮਾਏਦਾਰ ਲੋਕਾਂ ਵਾਸਤੇ ਹੈ। ਇਹ ਤੇ ਅਸੀਂ ਤੇ ਸਿਰਫ ਉਹਨਾਂ ਲੋਕਾਂ ਨੂੰ ਵੀ ਤੇ ਉਹਨਾਂ ਨੌਜਵਾਨਾਂ ਨੂੰ ਵੀ ਅਵੇਅਰ ਕਰਨਾ ਚਾਹਾਂਗੇ ਵੀ ਤੁਸੀਂ ਹੁਣ ਇਹਨਾਂ ਦੇ ਕੱਪੜ ਝਾੜਨੇ ਬੰਦ ਕਰ ਦਿਓ। ਤੁਸੀਂ ਇਹਨਾਂ ਦੀਆਂ ਵਾਸਤੇ ਸਟੇਜਾਂ ਤੇ ਕੁਰਸੀਆਂ ਲਾਉਣੀਆਂ ਬੰਦ ਕਰ ਦਿਓ। ਤੁਸੀਂ ਆਪਣੀ ਲੜਾਈ ਆਪ ਲੜੋ, ਆਪਣੇ ਸੂਬੇ ਦੀ ਲੜਾਈ ਲੜੋ, ਆਪਣੇ ਦੇਸ਼ ਦੀ ਲੜਾਈ ਲੜੋ, ਨਾ ਕਿ ਇਹਨਾਂ ਦੇ ਮਗਰ ਲੱਗ ਕੇ, ਇਹਨਾਂ ਦੇ ਝੂਠੇ ਸੁਪਨਿਆਂ ਦੇ ਮਗਰ ਲੱਗ ਕੇ ਤੁਸੀਂ ਆਪਣਾ ਫਿਊਚਰ ਖਰਾਬ ਕਰੋ। ਠੀਕ ਹੈ, ਕਿਸੇ ਨੇ ਕੀ ਬਣਨਾ ਕੀ ਨਹੀਂ ਬਣਨਾ ਉਹ ਆਉਣ ਵਾਲਾ ਸਮਾਂ ਦੱਸੇਗਾ, ਪਰ ਜੋ ਕੁਛ ਇਹ ਪਾਰਟੀ ਦੇ ਵਿੱਚ ਕਾਂਗਰਸ ਦੇ ਵਿੱਚ ਚੱਲ ਰਿਹਾ ਉਹ ਤੁਹਾਡੇ ਸਾਹਮਣੇ ਹੀ ਹੈ। ਜੇ ਉਹਨਾਂ ਦਾ ਕੁਣਬਾ ਛੜ ਲੋਕ ਅੱਜ ਕਿਸੇ ਪਾਸੇ ਨੂੰ ਆ ਰਹੇ ਨੇ, ਜ਼ਰੂਰ ਕਿਸੇ ਨਾ ਕਿਸੇ ਲੀਡਰਸ਼ਿਪ ਦੀ ਕਮੀ ਹੋਏਗੀ ਕਿ ਲੀਡਰਸ਼ਿਪ ਕੋਲ ਨਹੀਂ ਸਾਂਭਿਆ ਜਾ ਰਿਹਾ। ਜੇ ਟਵਿੱਟਰ ਦੇ ਉੱਤੇ ਲਿਖ ਡਿਸਪਲਿਨ ਪੈਦਾ ਹੁੰਦਾ ਤੇ ਅੱਜ ਤੋਂ ਪਹਿਲਾਂ ਪਾਰਟੀਆਂ ਦੇ ਵਿੱਚ ਡਿਸਪਲਿਨ ਨਹੀਂ ਹੋਣੇ ਸੀ। ਅੱਜ ਟਵਿੱਟਰ ਦੇ ਉੱਤੇ ਬੇਨਤੀਆਂ ਕਰਕੇ ਡਿਸਪਲਿਨ ਮੰਗਿਆ ਜਾ ਰਿਹਾ ਹੈ। ਉਹ ਕਾਹਦਾ ਡਿਸਪਲਿਨ ਹੈ ਵੀ ਜਿਹੜਾ ਬਾਰ-ਬਾਰ ਕਿਸੇ ਪ੍ਰਧਾਨ ਨੂੰ ਮੰਗ ਹੱਥ ਜੋੜ ਡਿਸਪਲਿਨ ਮੰਗਣਾ ਪਵੇ? ਡਿਸਪਲਿਨ ਤੇ ਆਪ ਕ੍ਰੀਏਟ ਕਰਨਾ ਪੈਂਦਾ। ਲੀਡਰਸ਼ਿਪ ਕੁਆਲਿਟੀ ਹੁੰਦੀ ਹੈ ਵੀ ਕਿਵੇਂ ਆਪਣੀ ਪਾਰਟੀ ਦੇ ਵਿੱਚ ਡਿਸਪਲਿਨ ਕ੍ਰੀਏਟ ਕਰਨਾ।
ਜੀ ਤੁਹਾਡੀ ਜਿਹੜੀਆਂ ਮੰਗ ਸੀਗੀਆਂ ਜਿਵੇਂ ਉਹ ਤੁਹਾਨੂੰ ਹੁਣ ਪਿੱਛੇ ਜੀ ਇਲੈਕਸ਼ਨਾਂ ਵੀ ਹੋਈਆਂ ਕਹਿੰਦੇ ਕਿ ਮੀਟਿੰਗ ਦੌਰਾਨ ਵੀ ਦੱਸਿਆ ਗਿਆ ਵੀ ਕਿ ਕਾਫੀ ਕੁਝ ਖਰਚਾ ਜਿਹੜਾ ਹੋਇਆ ਤੇ ਕੀ ਕੁਝ ਤੁਹਾਡਾ ਖਰਚਾ ਹੋਇਆ ਸੀ ਇਲੈਕਸ਼ਨ ਦੌਰਾਨ ਤੇ ਕਿਹੜੀ ਮੁਸ਼ਕਲਾਂ ਜਿਹੜੀਆਂ ਨਾ ਤੁਹਾਨੂੰ ਕਾਂਗਰਸ ਪਾਰਟੀ ਦੇ ਵਿੱਚ ਆਈਆਂ? ਦੇਖੋ ਇਲੈਕਸ਼ਨਾਂ ਦੌਰਾਨ ਇਹਨਾਂ ਦਾ ਇੱਕ ਸੁਪਨਾ ਬੱਚਿਆਂ ਨੂੰ ਆਮ ਨੂੰ ਨੌਜਵਾਨਾਂ ਨੂੰ ਦਿਖਾਇਆ ਜਾਣਾ, ਕੰਪੀਟੀਸ਼ਨ ਪੈਦਾ ਕਰਨਾ, ਇਹ ਪਹਿਲਾਂ ਹੀ ਤੈਅ ਕਰ ਲੈਂਦੇ ਨੇ ਵੀ ਕਿਹਨੂੰ ਬਣਾਉਣਾ ਕਿਹਨੂੰ ਨਹੀਂ ਬਣਾਉਣਾ। ਆਮ ਨੌਜਵਾਨਾਂ ਦੇ ਕਰੋੜਾਂ ਰੁਪਏ ਲਵਾ ਦੇਣੇ, ਸਭ ਕੁਝ ਕਰਨਾ, ਉਹਨਾਂ ਨੂੰ ਧੋਖੇ ਵਿੱਚ ਰੱਖਣਾ, ਲੀਡਰਾਂ ਦੀ ਇਕੱਠੇ ਹੋ ਕੇ ਇੱਕੋ ਬੰਦੇ ਦੀ ਮਦਦ ਕਰਨਾ, ਇਹ ਸਭ ਕੁਝ ਇਹ ਚੱਲਿਆ ਹੁੰਦਾ। ਪਰ ਇਹਨਾਂ ਦੀ ਪਾਰਟੀ 'ਚ ਵੀ ਬਹੁਤ ਐਸੇ ਲੋਕ ਨੇ ਜੋ ਇਹਨਾਂ ਦੇ ਇਸ ਧੋਖੇਬਾਜ਼ੀ ਦਾ ਸ਼ਿਕਾਰ ਹੁੰਦੇ ਬਸ ਬੈਠੇ ਨੇ। ਸਮੇਂ ਦੀ ਵੇਟ ਹੈ, ਸਮੇਂ ਦੀ ਜਦੋਂ ਵੀ ਮੰਗ ਹੋਏਗੀ ਉਹ ਲੋਕ ਵੀ ਜਲਦ ਆਉਣ ਨੂੰ ਇੱਥੇ ਹੀ ਤਿਆਰ ਬੈਠੇ ਨੇ। ਰਾਹੁਲ ਜੀ ਕਹਿੰਦੇ ਨੇ ਕਿ ਅਸੀਂ ਯੂਥ ਨੂੰ ਅੱਗੇ ਲੈ ਕੇ ਆਉਣਾ ਹੈ ਲਗਾਤਾਰ ਜਿਹੜੇ ਕਿਉਂਕਿ ਇਹ ਪਰਿਵਾਰਵਾਦ ਦੀ ਜਿਹੜੀ ਗੱਲ ਚੱਲਦੀ ਆ ਅਕਸਰ ਕਿ ਜਿਹੜੇ ਅਹੁਦੇਦਾਰ ਹੁੰਦੇ ਨੇ ਜੇਕਰ ਐਮਐਲਏ ਐਮਪੀ ਦੀ ਗੱਲ ਕਰੀਏ ਤਾਂ ਜਾਂ ਜਿਹੜਾ ਕੈਬਨਿਟ ਮੰਤਰੀ ਹੁੰਦੇ ਨੇ ਅਕਸਰ ਹੀ ਜਿਹੜੇ ਪਰਿਵਾਰਕ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਮੌਕਾ ਦਿੰਦੇ ਨੇ ਜੀ। ਇਹ ਜਿਹੜੀ ਚਰਚਾਵਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਰਾਹੁਲ ਜੀ ਕਹਿੰਦੇ ਨੇ ਕਿ ਅਸੀਂ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਹੈ, ਠੀਕ ਹੈ, ਨੌਜਵਾਨਾਂ ਨੂੰ ਪਹਿਲ ਦੇਣੀ ਹੈਗੀ ਆ, ਗਰੀਬ ਵਰਗ ਦੇ ਲੋਕਾਂ ਨੂੰ ਜਿਹੜਾ ਵਾ ਐਜੂਕੇਸ਼ਨ ਦੇ ਤੌਰ ਤੇ ਲੈ ਕੇ ਉਹਨਾਂ ਨੂੰ ਬਣਦੇ ਮੁਕਾਮ ਜਿਹੜੇ ਨੇ ਚਾਹੀਦੇ ਹੈਗੇ ਨੇ ਤੇ ਬਦਲਾਵ ਚਾਹੀਦਾ ਹੈਗਾ ਤੇ ਨੌਜਵਾਨ ਜਿਹੜੇ ਨੇ ਹੁਣ ਛੱਡ ਕੇ ਕਾਂਗਰਸ ਦਾ ਪੱਲਾ ਹੁਣ ਬੀਜੇਪੀ ਜਾਂ ਹੋਰ ਅਦਰ ਪਾਰਟੀਆਂ ਵਿੱਚ ਜਾ ਰਹੇ ਨੇ। ਕਾਰਨ ਕੀ ਸਮਝਦੇ ਹੋ? ਕਾਰਨ ਮੈਂ ਤੁਹਾਨੂੰ ਦੱਸਿਆ, ਰਾਹੁਲ ਗਾਂਧੀ ਤੇ ਬਹੁਤ ਕੁਝ ਚਾਹੁੰਦੇ ਨੇ ਪਰ ਰਾਹੁਲ ਗਾਂਧੀ ਤੇ ਆਪਣੀ ਸੋਚ ਦੇ ਨਾਲ ਇੱਕ ਸਟੇਟ ਲੀਡਰਸ਼ਿਪ ਪੈਦਾ ਕਰ ਸਕਦੇ ਨੇ ਨਾ, ਉਹ ਤੇ ਆਪਣੀ ਲੀਡਰਸ਼ਿਪ ਪੈਦਾ ਕਰਕੇ ਭੇਜ ਦਿੰਦੇ ਆ। ਪਰ ਉਹਨਾਂ ਦਾ ਫਰਜ਼ ਬਣਦਾ ਹੈ ਨਾ ਕਿ ਰਾਹੁਲ ਗਾਂਧੀ ਦੇ ਸੁਪਨਿਆਂ ਤੇ ਰਾਹੁਲ ਗਾਂਧੀ ਦੇ ਕੀਤੇ ਹੋਏ ਵਾਅਦਿਆਂ ਤੇ ਪੂਰਾ ਉਤਰਨ। ਕਿ ਆਪਣੇ ਅੰਦਰ ਝਾਤੀ ਮਾਰ ਕੇ ਲੋਕ ਦੇਖਣ ਕਿ ਰਾਹੁਲ ਗਾਂਧੀ ਜੇ ਸੋਚ ਨਾਲ ਇਹਨਾਂ ਨੂੰ ਭੇਜ ਰਿਹਾ ਹੈ ਉਹ ਸੋਚ ਨੂੰ ਇਹ ਪੂਰਾ ਕਰ ਪਾ ਰਹੇ ਨੇ ਕਿ ਆਪਾਂ ਸਿਰਫ ਤੇ ਸਿਰਫ ਇਹੀ ਸਮਝ ਕੇ ਬੈਠ ਗਏ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਾਂ ਨੂੰ ਹੀ ਖੁਸ਼ ਕਰਨਾ ਹੈ। ਮੈਂ ਕੋਈ ਇਹ ਨਹੀਂ ਕਹਿੰਦਾ ਵੀ ਲੀਡਰਾਂ ਦੇ ਬੱਚਿਆਂ ਨੂੰ ਲੀਡਰਸ਼ਿਪ ਪੋਲਿਟਿਕਸ 'ਚ ਆਉਣਾ ਗੁਨਾਹ ਹੈ, ਆਉਣ ਕੈਪੇਬਿਲਿਟੀ ਦੇ ਨਾਲ ਆਉਣ, ਸੱਚੇ ਤਣੋਂ ਮਨੋਂ ਲੜ ਕੇ ਆਉਣ ਤੇ ਅਸੀਂ ਵੀ ਤਿਆਰ ਹਾਂ ਵੀ ਆਉਣ, ਪਰ ਇੱਦਾਂ ਇਸ ਤਰੀਕੇ ਨਾਲ ਧੋਖਾ ਕਰਕੇ ਆਉਣ ਫਿਰ ਉਹ ਮਨਜ਼ੂਰ ਨਹੀਂ ਨਾ। ਅਗਰ ਜੇ ਗੱਲ ਕਰੀਏ ਤਾਂ ਕਿਹੜੇ ਲੀਡਰ ਦੇ ਨਾਲ ਤੁਹਾਡਾ ਮਨਮੁਟਾਵ ਸੀਗਾ ਜਾਂ ਫਿਰ ਕਿਸੇ ਪਾਰਟੀ ਦੇ ਨਾਲ, ਜਾਂ ਤੁਸੀਂ ਸਟੇਟ ਦੀ ਗੱਲ ਕੀਤੀ ਕਿ ਸਟੇਟ ਦੇ ਵਿੱਚ ਤੁਸੀਂ ਕਿਸ ਅਹੁਦੇ ਤੇ ਜਾਂ ਕਿਸ ਦੇਖਿਆ ਜਿਹੜਾ ਤੁਹਾਡਾ ਮਨਮੁਟਾਵ ਸੀਗਾ ਜੇ ਤੁਸੀਂ ਹੁਣ ਕਾਂਗਰਸ ਛੱਡ ਦਿੱਤੀ? ਕਾਂਗਰਸ ਨੂੰ ਮਨਮੁਟਾਵ ਕਿਸੇ ਨਾਲ ਕੋਈ ਨਹੀਂ, ਬਸ ਠੀਕ ਹੈ ਜਿਸ ਤਰੀਕੇ ਨਾਲ ਜਿੱਥੇ ਕੰਮ ਕਰਨਾ ਸੁਖਾਵਾਂ ਲੱਗੇਗਾ ਉੱਥੇ ਕਰਾਂਗੇ, ਖੁਦ ਦਾ ਮਾਨ ਸਤਿਕਾਰ ਚੰਗਾ ਲੱਗੂਗਾ ਉੱਥੇ ਕਰਾਂਗੇ। ਇੱਥੇ ਵਧੀਆ ਲੱਗਾ ਹੁਣ ਆਏ ਆ, ਇੱਥੇ ਕੰਮ ਕਰਕੇ ਲੋਕਾਂ ਦੇ ਵਿੱਚ ਵਿਚਰ ਕੇ ਦਿਖਾਵਾਂਗੇ। ਅਤੇ ਤੁਸੀਂ ਜਦੋਂ ਭਾਰਤ ਜੋੜੋ ਯਾਤਰਾ ਹੋਈ ਸੀਗੀ ਉਹਦੇ ਵਿੱਚ ਵੀ ਤੁਸੀਂ ਕੰਮ ਕੀਤਾ ਹੈ, ਤੁਸੀਂ ਉਹਦੇ ਵਿੱਚ ਜਿਹੜਾ ਆਪਣਾ ਰੋਲ ਅਦਾ ਕੀਤਾ ਹੋਇਆ, ਜਿਹੜਾ ਚਾਹੇ ਇਹਨੂੰ ਕੀ ਕਹ ਲਈਏ ਕਿ ਜਿਹੜੇ ਉੱਥੇ ਜੋ ਇੰਤਜ਼ਾਮ ਕਰਨੇ ਸੀਗੇ ਤੁਸੀਂ ਉਹ ਇੰਤਜ਼ਾਮ ਵੀ ਕਰਵਾਏ ਨੇ ਨਾਲ ਲਾ ਕੇ, ਤਾਂ ਕੀ ਹੁਣ ਉੱਥੇ ਕੀ ਕੁਝ ਜਿਹੜੀਆਂ ਕਮੀਆਂ ਰਹਿ ਗਈਆਂ ਜੇਕਰ ਖਾਸ ਗੱਲ ਕਰੀਏ? ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਸੀਗਾ ਜੀ, ਥੋੜ੍ਹੀ ਦੇਰ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੁਲਾਸੇ ਕਰੋਗੇ, ਕੀ ਕੁਝ ਇਸ ਤਰ੍ਹਾਂ ਦਾ ਕੁਝ ਹੈਗਾ ਕਿ ਦਰਸ਼ਕ ਜਿਹੜੇ ਹੁਣ ਵੇਖਣ ਤਾਂ ਜਿਹੜੇ ਕਾਂਗਰਸ ਪਾਰਟੀ ਉਹ ਵੀ ਦੇਖੇ ਕਿ ਕੀ ਕੁਝ ਕਮੀਆਂ ਜਿਹੜੀਆਂ ਨੇ ਕਾਂਗਰਸ ਪਾਰਟੀ ਵਿੱਚ ਸੀਗੀਆਂ ਤੇ ਜਿਹੜੇ ਵਰਕਰ ਹੁਣ ਨੌਜਵਾਨ ਜਿਹੜੇ ਹੈਗੇ ਨੇ ਉਹ ਛੱਡ ਜਾ ਰਹੇ? ਇਹਦੇ ਵਿੱਚ ਤੇ ਸਿਰਫ ਇੰਨੀ ਕੁ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਇਲੈਕਸ਼ਨ ਪ੍ਰੋਸੈਸ ਜਿਹੜਾ ਇਹ ਚੱਲ ਰਿਹਾ ਇਹਦੇ ਵਿੱਚ ਫਸਣ ਦੀ ਲੋੜ ਨਹੀਂ। ਜਿਹੜੇ ਖੁਲਾਸਿਆਂ ਦੀ ਗੱਲ ਉਹ ਅਸੀਂ ਕਰ ਚੁੱਕੇ ਹਾਂ ਵੀ ਇਹਨਾਂ ਨੇ ਧੋਖੇ ਕਰਦੇ ਨੇ। ਸਾਡੇ ਨਾਲ ਵਾਅਦਾ ਕੀਤਾ ਜਾਂਦਾ ਵੀ ਤੁਸੀਂ ਸਬੂਤ ਲੈ, ਕੱਲਾ ਸਬੂਤ ਇਹਨਾਂ ਨੂੰ ਦਿੱਤਾ, ਵੀਡੀਓ ਇਹਨਾਂ ਨੂੰ ਦਿਖਾਈਆਂ, ਕਾਲਰ ਡਿਟੇਲਸ ਇਹਨਾਂ ਨੂੰ ਦਿਖਾਈਆਂ, ਵਾਅਦਾ ਕੀਤਾ ਗਿਆ ਵੀ FIR ਦਰਜ ਹੋਏਗੀ, FIR ਦਰਜ ਹੋ ਕੇ ਫਿਰ ਤੁਹਾਡਾ ਰਿਜ਼ਲਟ ਕੱਢਿਆ ਜਾਏਗਾ, ਜੋ ਹੋਏਗਾ ਸਭ ਫੇਅਰ ਹੋਏਗਾ। ਪਰ ਫੇਅਰ ਦੇ ਨਾਮ ਦੇ ਉੱਤੇ ਬਿਲਕੁਲ ਤੇ ਸਰਾਸਰ ਧੋਖਾ ਇਹਨਾਂ ਦੀਆਂ ਪਾਰਟੀਆਂ ਨੂੰ NGO ਚਲਾ ਰਹੀਆਂ ਨੇ। ਉਹ ਬਿਲਕੁਲ ਹੀ ਯੂਥ ਕਾਂਗਰਸ ਨੂੰ ਇਹਨਾਂ ਨੇ ਇੱਕ ਕਾਰਪੋਰੇਟ ਸਿਸਟਮ ਬਣਾਤਾ, ਪੈਸੇ ਇਕੱਠੇ ਕਰਨ ਦੀ ਮਸ਼ੀਨ ਹੈ, ਨੌਜਵਾਨਾਂ ਨੂੰ ਠੱਗਣ ਦੀ ਮਸ਼ੀਨ ਹੈ। ਮੇਰੀ ਬੇਨਤੀ ਹੈ ਕਿ ਨੌਜਵਾਨ ਆਮ ਘਰਾਂ ਦਾ ਇਹਨਾਂ ਦੀਆਂ ਠੱਗੀਆਂ ਦੇ ਵਿੱਚ ਨਾ ਫਸੇ, ਆਪਣੇ ਭਵਿੱਖ ਨੂੰ ਕਿਸ ਤਰੀਕੇ ਦੇ ਨਾਲ ਪੋਲੀਟੀਕਲੀ ਸਹੀ ਰਾਹ 'ਤੇ ਲੈ ਕੇ ਜਾਣਾ ਉਹਦੇ ਵੱਲ ਧਿਆਨ ਦਿਓ। ਕਿਸ ਤਰੀਕੇ ਦੇ ਨਾਲ ਠੱਗ ਰਹੀ ਹੈ ਇਹ? ਇਸ ਤਰੀਕੇ ਦੀਆਂ ਐਪਸ ਬਣਾ ਕੇ, ਚੋਣਾਂ ਕਰਾ ਕੇ, ਝੂਠ ਬੋਲ ਕੇ ਉਹਨਾਂ ਨੌਜਵਾਨਾਂ ਦੇ ਪੈਸਿਆਂ ਨੂੰ ਲੁੱਟ ਰਹੀ ਜੀ। ਸਾਡੇ ਨਾਲ ਦਮਨ ਮੈਡਮ ਵੀ ਮੌਜੂਦ ਹੈਗੇ ਨੇ। ਮੈਮ, ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਐਪ ਦਾ ਜ਼ਿਕਰ ਕੀਤਾ ਸੀਗਾ, ਕਿਸ ਐਪ ਦੇ ਜ਼ਰੀਏ ਜਿਹੜਾ ਉਹ ਸਰਕਾਰਾਂ ਦੇ ਰਾਹੀਂ ਜਿਹੜਾ ਪੈਸਾ ਜਾ ਰਿਹਾ? ਇਹ ਤੁਸੀਂ ਦੇਖੋ ਜਿਹੜੀ ਇਹ ਯੂਥ ਕਾਂਗਰਸ ਦੀ ਜਿਹੜਾ ਸਿਸਟਮ ਹੈ, VOTING ਦਾ ਸਿਸਟਮ ਹੈ, ਉਹ ਕਿਵੇਂ ਹੁੰਦਾ ਹੈ ਕਿ ਹਰ ਬੰਦਾ ਜਿਹੜਾ ਮੈਂਬਰਸ਼ਿਪ ਹੁੰਦੀ ਹੈ ਉਹਦੇ ਪੈਸੇ ਹੁੰਦੇ ਔਰ ਹਰ ਵੋਟ ਜਿਹੜੀ ਪੈਂਦੀ ਹੈ ਉਸਦੇ ਪੈਸੇ ਲੱਗਦੇ ਆ। ਮੈਂ ਤਾਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਉਹ ਸਾਰਾ ਪੈਸਾ ਵਾਈਟ ਵਿੱਚ ਇੱਕ ਐਪ ਵਿੱਚ ਜਾਂਦਾ, ਉਹ ਪੈਸਾ ਕਿੱਥੇ ਗਿਆ? ਉਹ ਕੀ ਪਬਲਿਕ ਵੈਲਫੇਅਰ ਲਈ ਯੂਜ਼ ਹੋ ਰਿਹਾ? ਉਹ ਇੱਕ ਪਾਰਟੀ ਨੂੰ ਜਾ ਰਿਹਾ, ਉਹ ਇੱਕ
ਆਰਗੇਨਾਈਜੇਸ਼ਨ ਨੂੰ ਜਾ ਰਿਹਾ, ਉਹ ਕਿਉਂ, ਉਹ ਇੰਨੇ ਪੈਸੇ ਵਾਸਤੇ ਕੌਣ ਅਕਾਊਂਟੇਬਲ ਹੈ? ਔਰ ਉਹ ਸਾਰਾ ਪੈਸਾ ਕਿਸੇ ਲੋਕ ਭਲਾਈ ਵਾਸਤੇ ਨਹੀਂ ਵਰਤਿਆ ਜਾ ਰਿਹਾ, ਉਹ ਪੈਸਾ ਇਹਨਾਂ ਦੀ ਪਾਰਟੀ ਨੂੰ ਚਲਾਉਣ ਵਾਸਤੇ ਵਰਤਿਆ ਜਾ ਰਿਹਾ। ਔਰ ਮੈਂ ਤਾਂ ਇਹਨਾਂ ਨੂੰ ਇਹ ਵੀ ਪੁੱਛਦੀ ਹਾਂ ਕਿ ਜਿਹੜੀਆਂ ਤੁਸੀਂ ਕਿਸੇ ਦੀਆਂ ਵੋਟਸ ਕੈਂਸਲ ਕੀਤੀਆਂ, ਕੀ ਤੁਸੀਂ ਉਹਦੇ ਪੈਸੇ ਇਹਨਾਂ ਨੂੰ ਮੋੜ ਦਿੱਤੇ? ਜਿਹੜੀਆਂ ਵੋਟਾਂ ਤੁਸੀਂ ਆਪ ਹੀ ਡਿਨਾਈ ਕਰ ਰਹੇ ਹੋ ਕਿ ਇਹ ਵੋਟਸ ਸਟੈਂਡ ਨਹੀਂ ਕਰਦੀਆਂ, ਇਹ ਵੋਟਸ ਜਾਲੀ ਨੇ ਜਾਂ ਇਹ ਡਮੀ ਵੋਟਸ ਨੇ, ਉਹਦੇ ਪੈਸੇ ਮੋੜ ਦਿਓ ਤੁਸੀਂ। ਉਹਨਾਂ ਵੋਟਾਂ ਦੇ ਕੈਂਸਲ ਕੀਤੀਆਂ ਦੇ ਇਹਨਾਂ ਨੂੰ 50,000 ਰੁਪਏ ਜਿਹੜੇ ਇਹਨਾਂ ਨੇ ਮੈਂਬਰਸ਼ਿਪ ਜਾਂ ਵੋਟ ਦੇ ਪਾਏ, ਉਹ ਇਹਨਾਂ ਮੋੜ ਦਿਓ। ਸੋ ਬੇਸਿਕਲੀ ਪੈਸੇ ਕਮਾਉਣ ਦਾ ਇੱਕ ਤਰੀਕਾ। ਟੋਟਲ ਕਿੰਨਾ ਤੁਸੀਂ ਅਮਾਉਂਟ ਦਾ ਜ਼ਿਕਰ ਕਰ ਰਹੇ ਸੀ? ਹਰ ਕੈਂਡੀਡੇਟ ਦਾ ਕਰੋੜਾਂ 'ਚ ਖਰਚਾ ਹੋਇਆ ਜੀ। ਜੇ ਮੈਂ ਅਕਸ਼ੇ ਜੀ ਦੀ ਗੱਲ ਕਰਾਂ, 5 ਤੋਂ 6 ਕਰੋੜ ਰੁਪਈਆ ਇਹਨਾਂ ਦਾ ਲੱਗਿਆ ਵਾਈਟ ਵਿੱਚ, ਔਰ ਉਸ ਤੋਂ ਇਲਾਵਾ ਜਿਹੜੇ ਬਾਕੀ ਹੋਰ ਕੈਂਡੀਡੇਟਸ ਖੜੇ ਹੋਏ ਹੋਣਗੇ ਕਰੋੜਾਂ 'ਚ ਹੀ ਉਹਨਾਂ ਦੇ ਪੈਸੇ ਲੱਗੇ ਹੈ। ਸੋ ਬੇਸਿਕਲੀ ਇਟਸ ਅ ਬੰਗਲਿੰਗ ਆਫ ਮੈਨੀ ਕਰੋੜਸ। ਪੂਰੀ ਮੇਰੇ ਖਿਆਲ ਇਲੈਕਸ਼ਨ ਦਾ ਜਿਹੜਾ ਖਰਚਾ ਸੀਗਾ ਉਹ 15 ਤੋਂ 20 ਕਰੋੜ ਰੁਪਏ ਆਇਆ ਸੀਗਾ। ਹਮ ਤੁਸੀਂ ਵੀ ਕਾਂਗਰਸ ਛੱਡ ਕੇ ਬੀਜੇਪੀ ਦਾ ਦਾਮਨ ਫੜਿਆ ਸੀ, ਕਮਲ ਦਾ ਫੁੱਲ ਫੜਿਆ ਸੀ, ਕਿ ਤੁਹਾਨੂੰ ਕੀ ਮੁਸ਼ਕਲਾਂ ਜਿਹੜੀਆਂ ਨੇ ਆਈਆਂ ਸੀਗੀਆਂ ਕਾਂਗਰਸ ਪਾਰਟੀ ਦੇ? ਮੈਂ ਦੇਖੋ ਕਾਂਗਰਸ ਵਿੱਚ ਬੜੇ ਲੰਬੇ ਸਮੇਂ ਤੋਂ ਕੰਮ ਕੀਤਾ ਸੀਗਾ। NSUI ਦੀ ਇਲੈਕਟਿਡ ਪ੍ਰਧਾਨ ਰਹੀ ਸੀਗੀ, ਯੂਥ ਕਾਂਗਰਸ ਵਿੱਚ ਉਸ ਤੋਂ ਬਾਅਦ ਵਾਈਸ ਪ੍ਰਧਾਨ ਰਹੀ ਸੀਗੀ, ਸਟੇਟ ਸੈਕਟਰੀ ਰਹੀ ਸੀਗੀ। ਮੈਂ ਕਾਂਗਰਸ ਸਿਰਫ ਇਸ ਕਰਕੇ ਛੱਡ ਕੇ ਆਈ ਸੀ ਕਿਉਂਕਿ ਮੈਂ ਵੀ ਪਰਿਵਾਰਵਾਦ ਦਾ ਇੱਕ ਟਾਰਗੇਟ ਬਣੀ ਸੀਗੀ, ਵਿਕਟਮ ਸੀਗੀ। ਔਰ ਮੇਰੇ ਕਨਸਟੀਟੂਐਂਸੀ ਜਿੱਥੇ ਮੈਂ 5 ਸਾਲ ਕੰਮ ਕੀਤਾ, ਜਿੱਥੋਂ ਮੈਂ ਪਹਿਲਾਂ ਇਲੈਕਸ਼ਨ ਲੜੀ, ਜਿੱਥੋਂ ਮੇਰਾ ਹੀ ਹੱਕ ਬਣਦਾ ਸੀ, ਕਿਉਂਕਿ 5 ਸਾਲ ਉਸ ਕਨਸਟੀਟੂਐਂਸੀ ਨੂੰ ਨਰਚਰ ਅਸੀਂ ਕੀਤਾ, ਅਸੀਂ ਉਸ ਕਨਸਟੀਟੂਐਂਸੀ ਨੂੰ ਖੜਾ ਕੀਤਾ। ਕੈਪਟਨ ਸਾਹਿਬ ਨੇ ਉਦੋਂ ਸਾਨੂੰ ਬਤੌਰ ਮੁੱਖ ਮੰਤਰੀ ਸਾਨੂੰ ਸਪੋਰਟ ਕੀਤੀ, ਤੇ ਐਨ ਮੌਕੇ ਤੇ ਆ ਕੇ ਇੱਕ ਲੀਡਰ ਦੀ ਮਰਜ਼ੀ ਕਰਕੇ, ਇੱਕ ਲੀਡਰ ਦੀ ਇੱਕ ਲੀਡਰ ਅੜ ਗਏ, ਨਵਜੋਤ ਸਿੱਧੂ ਜੀ। ਉਹਨਾਂ ਦੀ ਸਿਰਫ ਇੱਕ ਮਨਮਾਨੀ ਦੇ ਕਾਰਨ ਇੱਕ ਕਿਸੇ ਹੋਰ ਲੀਡਰ ਦੇ ਭਤੀਜੇ ਨੂੰ ਉੱਥੇ ਭੇਜਦਾ। ਮੈਂ ਕੁਛ ਨਾ ਕਹਿੰਦੀ ਜੇ ਉੱਥੇ ਕਿਸੇ ਸੀਨੀਅਰ ਲੀਡਰ ਨੂੰ ਭੇਜ ਦੇ, ਜਿਹੜੇ ਮੇਰੇ ਤੋਂ ਬਿਹਤਰ ਸ਼ਾਇਦ ਇਲੈਕਸ਼ਨ ਲੜ ਸਕਦੇ, ਜਿਹੜੇ ਮੇਰੇ ਤੋਂ ਬਿਹਤਰ ਜਿਹਨਾਂ ਦੇ ਵਿੱਚ ਕੈਪੇਬਿਲਿਟੀ ਹੁੰਦੀ, ਪਰ ਇੱਕ ਬੰਦਾ ਜਿਹਦਾ ਕੋਈ ਜਾਣ ਪਛਾਣ, ਔਰ ਪੂਰੇ ਪੰਜਾਬ ਵਿੱਚ ਤੁਸੀਂ ਸ਼ਾਇਦ ਨਹੀਂ ਜਾਣਦੇ, ਉਸ ਵਿਅਕਤੀ ਨੇ ਪੂਰੇ ਪੰਜਾਬ ਵਿੱਚ ਅੱਜ ਤੱਕ ਦਾ ਰਿਕਾਰਡ ਕਾਇਮ ਕੀਤਾ। 75,000 ਵੋਟਾਂ ਤੇ ਉਹ ਹਾਰੇ ਹੈ ਪੂਰੇ ਪੰਜਾਬ ਵਿੱਚ। ਅੱਜ ਤੱਕ ਕਦੀ ਐਡੀ ਵੱਡੀ ਮਾਰਜਨ ਤੇ ਉਸ ਕਿਸੇ ਵੀ ਵਿਧਾਨ ਸਭਾ ਸੀਟ ਤੇ ਕੋਈ ਨਹੀਂ ਹਾਰਿਆ। ਉਹ ਵਿਅਕਤੀ 75,000 ਵੋਟ ਤੇ ਹਾਰਿਆ, ਤੇ ਉਹ ਇਸੇ ਕਰਕੇ ਹਾਰਿਆ ਕਿਉਂਕਿ ਉਹਦਾ ਉੱਥੇ ਕੋਈ ਵਜੂਦ ਹੀ ਨਹੀਂ ਸੀ। ਸਿਰਫ ਨਵਜੋਤ ਸਿੰਘ ਸਿੱਧੂ ਜੀ ਨੇ ਚਾਹਿਆ ਤੇ ਉਹਨਾਂ ਨੂੰ ਉੱਥੇ ਭੇਜ ਕੇ ਇਲੈਕਸ਼ਨ ਲੜਵਾਤੀ। ਔਰ ਮੈਂ ਉਸ ਚੀਜ਼ ਤੋਂ ਖਫਾ ਹੋ ਕੇ ਔਰ ਪਰਿਵਾਰਵਾਦ ਤੋਂ, ਔਰ ਜੋ ਇਹਨਾਂ ਦੀ ਲੀਡਰਸ਼ਿਪ ਵਿੱਚ ਕਮਜ਼ੋਰੀਆਂ ਉਹਨੂੰ ਦੇਖ ਕੇ ਭਾਜਪਾ ਵਿੱਚ ਆਈ ਸੀ ਜੀ। ਲੇਕਿਨ ਤੁਸੀਂ ਪਰਿਵਾਰਵਾਦ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਤਾਂ ਕਹਿੰਦੀ ਕਿ ਅਸੀਂ ਹਰ ਇੱਕ ਨੂੰ ਮੌਕਾ ਦੇ ਰਹੇ ਹਾਂ, ਜੋ ਬਣਦਾ ਮਾਨ ਸਨਮਾਨ ਹੈ ਅਸੀਂ ਹਰ ਪਾਰਟੀ ਦੇ ਵਰਕਰ ਨੂੰ ਦੇ ਰਹੇ ਹਾਂ, ਚਾਹੇ ਉਹ ਛੋਟੇ ਘਰ ਤੋਂ ਆਇਆ, ਚਾਹੇ ਉਹ ਉਸ ਬੰਦੇ ਨੂੰ ਉਦੋਂ ਤੱਕ ਹੀ ਮੌਕਾ ਦਿੱਤਾ ਜਾਂਦਾ ਹੈ ਜਦ ਤੱਕ ਉਹ ਵਿਅਕਤੀ ਉਹਨਾਂ ਵਾਸਤੇ ਬੰਦੇ ਢੋਂਦਾ ਹੈ, ਉਹਨਾਂ ਵਾਸਤੇ ਬੱਸਾਂ ਲੈ ਕੇ ਆਉਂਦਾ ਹੈ, ਉਸ ਪਾਰਟੀ ਨੂੰ ਚਲਾਉਣ ਵਾਸਤੇ ਖਰਚਾ ਕਰਦਾ ਹੈ। ਜਿਸ ਦਿਨ ਉਹਨਾਂ ਨੂੰ ਲੱਗਦਾ ਹੈ ਕਿ ਇਸ ਬੰਦੇ ਦੀ ਹੁਣ ਇਸ ਤੋਂ ਵੱਧ ਸ਼ਮਤਾ ਨਹੀਂ ਹੈ, ਇਹਨੂੰ ਜਿੰਨਾ ਅਸੀਂ ਨਿਚੋੜ ਸਕਦੇ ਸੀ ਅਸੀਂ ਨਿਚੋੜ ਲਿਆ, ਤੇ ਉਸ ਤੋਂ ਬਾਅਦ ਉਸ ਬੰਦੇ ਨੂੰ ਇਹ ਬਿਲਕੁਲ ਗੋਲ ਕਰਕੇ ਇੱਕ ਸਾਈਡ ਤੇ ਜਿਵੇਂ ਕਾਗਜ਼ ਦਾ ਟੁਕੜਾ ਅਸੀਂ ਸੁੱਟਦੇ ਹੋਵੇਂ ਡਸਟਬਿਨ ਵਿੱਚ ਸੁੱਟ ਦਿੰਦੇ ਨੇ। ਇਹ ਭਾਰਤੀ ਜਨਤਾ ਪਾਰਟੀ ਵਰਗੀਆਂ ਪਾਰਟੀਆਂ ਹੈ ਜਿੱਥੇ ਆਮ ਬੱਚਿਆਂ ਨੂੰ, ਆਮ ਟੈਲੈਂਟ ਨੂੰ, ਆਮ ਲੋਕਾਂ ਨੂੰ, ਤੁਸੀਂ ਇਹਨਾਂ ਦੀ ਕੈਬਨਿਟ ਨੂੰ ਨਜ਼ਰ ਮਾਰੋ, ਕੁਛ ਇੱਕ ਦੋ ਨੂੰ ਛੱਡ ਕੇ ਉਹ ਵੀ ਉਹ ਲੋਕ ਨੇ ਜਿਹੜੇ ਆਪਣੀ ਕੈਪੇਬਿਲਿਟੀ ਨਾਲ ਉੱਥੇ ਪਹੁੰਚੇ। ਸਾਰੇ ਯੂਨੀਅਨ ਮਿਨਿਸਟਰਸ, ਸਾਰੇ ਅਹੁਦੇਦਾਰ, ਸਾਰੇ ਸਟੇਟ ਪ੍ਰੈਜ਼ੀਡੈਂਟਸ ਉਹ ਲੋਕ ਨੇ ਜਿਹੜੇ ਬਿਲਕੁਲ ਸਧਾਰਨ ਔਰ ਆਮ ਘਰਾਂ ਤੋਂ ਨੀਚੇ ਉੱਠ ਕੇ ਇੱਕਦਮ ਗਰਾਊਂਡ ਤੇ ਕੰਮ ਕਰਕੇ ਜਿਹੜੇ ਉਸ ਅਹੁਦਿਆਂ ਤੇ ਪਹੁੰਚੇ। ਔਰ ਕਾਂਗਰਸ ਵੱਲ ਝਾਤੀ ਮਾਰ ਲਓ, ਕਿਸੇ ਨਾ ਕਿਸੇ ਲੀਡਰ ਦਾ, ਜਿਹੜਾ ਲੀਡਰ ਇਸਟੈਬਲਿਸ਼ ਹੋ ਜਾਂਦਾ ਹੈ ਉਹਦਾ ਮੁੰਡਾ ਜਾਂ ਕੁੜੀ ਨਾਲ ਦਾ, ਇਲਾਕਾ ਨਾਲ ਦਾ ਹਲਕਾ ਸਾਂਭ ਕੇ ਬੈਠ ਜਾਂਦੇ। ਸੋ ਅਸੀਂ ਤਾਂ ਇਸ ਪ੍ਰਥਾ ਦੇ ਖਿਲਾਫ ਹਾਂ ਬੇਸਿਕਲੀ ਜੀ। ਹਾਂ, ਤੁਸੀਂ ਕਹਿ ਰਹੇ ਹੋ ਕਿ ਜਿਵੇਂ ਵਰਕਰ ਨੂੰ ਪਹਿਲਾਂ ਉਹਦੀ ਸਾਰੇ ਕੁਝ ਦੇਖ ਲਿੱਤਾ ਜਾਂਦਾ ਵੀ ਇਹਦੀ ਕਿੰਨੀ ਕੁ ਸ਼ਮਤਾ ਹੈਗੀ ਆ ਪਾਰਟੀ ਦੇ ਵਿੱਚ, ਤੇ ਕੀ ਉਹਨਾਂ ਨੂੰ ਪਾਰਟੀ ਵੱਲੋਂ ਕਿ ਪਹਿਲਾਂ ਕੋਈ ਆਸ਼ਵਾਸਨ ਦਿੱਤਾ ਜਾਂਦਾ ਵੀ ਕਿ ਤੁਹਾਨੂੰ ਇਸ ਤਰੀਕੇ ਦਾ ਉਹਦਾ ਜਿਹੜਾ ਮਿਲੇਗਾ? ਬਿਲਕੁਲ। ਹੋਰ ਗੁੰਮਰਾਹ ਕਰਨਾ ਕੀ ਹੁੰਦਾ, ਅਗਲੇ ਨੂੰ ਪੂਰੇ ਸੁਪਨੇ ਵਿਖਾਏ ਜਾਂਦੇ ਆ, ਉਹਨੂੰ ਇੱਕ ਪੂਰਾ ਇੱਕ ਜਿਹਨੂੰ ਕਹਿੰਦੇ ਨਾ ਪੂਰਾ ਉਹਦੇ ਆਲੇ ਦੁਆਲੇ ਇੱਕ ਬਬਲ ਕ੍ਰੀਏਟ ਕੀਤਾ ਜਾਂਦਾ ਹੈ ਕਿ ਜੀ ਤੁਹਾਡੇ ਨਾਲ ਤੁਹਾਨੂੰ ਐ ਹੋਊਗਾ, ਤੁਹਾਨੂੰ ਆਹ ਕੀਤਾ ਜਾਏਗਾ, ਤੁਸੀਂ ਮਤਲਬ ਤੁਹਾਨੂੰ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ, ਤੁਹਾਨੂੰ ਪ੍ਰਧਾਨ ਬਣਾਇਆ ਜਾਏਗਾ, ਪਰ ਤੁਹਾਨੂੰ ਪਹਿਲਾਂ ਉਸ ਲਈ ਆਪਣਾ ਇੱਕ ਪਰਫਾਰਮੈਂਸ ਦਿਖਾਣੀ ਪਏਗੀ। ਉਹਨਾਂ ਨੂੰ ਪੂਰਾ ਇੱਕ ਇਹਨਾਂ ਦਾ ਸਿਸਟਮ ਹੈ, ਉਸ ਸਿਸਟਮ ਦੇ ਤਹਿਤ ਅਗਲੇ ਨੂੰ ਗੁੰਮਰਾਹ ਕਰਦੇ ਔਰ ਫਿਰ ਐਂਡ ਵਿੱਚ ਬਣਾਉਣਾ ਉਹਨੂੰ ਹੀ ਹੈ ਜਿਹਨੂੰ ਇਹਨਾਂ ਨੇ ਸੋਚਿਆ ਹੋਇਆ ਜੀ। ਮੈਮ ਅਕਸਰ ਇੱਕ ਚਰਚਾ ਚੱਲਦੀ ਹੈਗੀ ਹੈ ਕਿ ਜਿਹੜਾ ਪਾਰਟੀ ਨੂੰ ਟਿਕਟ ਵਜੋਂ ਜਿਹੜਾ ਅਗਰ ਪੈਸੇ ਦਿੰਦਾ ਹੈਗਾ ਤਾਂ ਫਿਰ ਜਾ ਕੇ ਉਹਨੂੰ ਟਿਕਟ ਮਿਲਦੀ ਹੈ, ਕਿ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਹੈ ਪਾਰਟੀ ਲੈਵਲ ਦੇ ਉੱਤੇ? ਟਿਕਟ ਵਾਸਤੇ ਪੈਸੇ ਜਿਹੜੇ ਲੈਂਦੇ, ਦੇਖੋ ਮੈਂ ਸੁਣਿਆ ਹੈ ਬਟ ਉਸ ਬਾਰੇ ਮੈਂ ਕੁਝ ਨਹੀਂ ਕਹੂੰਗੀ ਕਿਉਂਕਿ ਟਿਕਟ ਦੇਖੋ ਮੈਨੂੰ ਵੀ ਮਿਲੀ ਸੀ, ਪਰ ਮੇਰੇ ਤੋਂ ਟਿਕਟ ਵੇਲੇ ਕਿਸੇ ਨੇ ਪੈਸਿਆਂ ਦੀ ਕੋਈ ਮੰਗ ਨਹੀਂ ਸੀ ਕੀਤੀ, ਨਾ ਹੀ ਇਹੋ ਜੀ ਗੱਲ ਸੀਗੀ। ਕਿਉਂਕਿ ਅਕਸਰ ਚਰਚਾਵਾਂ ਹੁੰਦੀਆਂ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਕਿ ਕੋਈ ਆਪਣਾ ਦਿੱਲੀ ਦਾ ਰੁੱਖ ਕਰ ਲੈਂਦੇ ਨੇ। 2022 ਦੀ ਜਿਹੜੀ ਇਲੈਕਸ਼ਨ ਹੈ ਉਸ ਵਿੱਚ ਵਿਸ਼ੇਸ਼ ਤੌਰ ਤੇ ਸਭ ਤੋਂ ਜ਼ਿਆਦਾ ਇਲਜ਼ਾਮਾਤ ਲੱਗੇ ਹੈ, ਤਾਂ ਹੋ ਸਕਦਾ ਉਸ ਟਾਈਮ ਕੋਈ ਇਹੋ ਜੀ ਗੱਲਬਾਤ ਹੋਈ ਹੋਵੇ, ਬਟ ਮੈਂ ਜਿਸ ਚੀਜ਼ ਦੀ ਮੈਂ ਗਵਾਇਆ, ਮੇਰੇ ਤੋਂ ਨਹੀਂ ਕਦੀ ਟਿਕਟ ਦੇ ਕੋਈ ਪੈਸੇ ਮੰਗੇ। ਬਟ ਹਾਂ,
ਇਹ ਜ਼ਰੂਰ ਹੈ ਕਿ ਹੋਰ ਤਰੀਕਿਆਂ ਨਾਲ ਸਾਨੂੰ ਜ਼ਰੂਰ ਐਕਸਪਲੋਇਟ ਕੀਤਾ ਗਿਆ ਹੈ ਪਾਰਟੀ ਵਾਸਤੇ, ਬੰਦੇ ਲੈ ਕੇ ਜਾਣ ਵਾਸਤੇ, ਬੱਸਾਂ ਲੈ ਕੇ ਜਾਣ ਵਾਸਤੇ ਜਾਂ ਹੋਰ ਕੋਈ ਵਿਵਸਥਾ ਕਰਵਾਉਣ ਵਾਸਤੇ ਸਾਨੂੰ ਜ਼ਰੂਰ ਸਾਡੇ ਤੋਂ ਪੈਸੇ ਖਰਚਵਾਏ ਜਾਂਦੇ ਸੀਗੇ। ਬਟ ਜੇ ਮੈਂ ਕਹਾਂ ਕਿ ਸਪੈਸੀਫਿਕਲੀ ਟਿਕਟ ਵਾਸਤੇ ਪੈਸੇ ਮੇਰੇ ਤੋਂ ਨਹੀਂ ਮੰਗੇ, ਮੇਰੇ ਸਾਹਮਣੇ ਇਹੋ ਜੀ ਕੋਈ ਗੱਲ ਨਹੀਂ ਆਈ। ਬਟ ਹਾਂ 22 ਚ ਇਲਜ਼ਾਮ ਜ਼ਰੂਰ ਲੱਗਿਆ ਔਰ ਇਹਦੀ ਘੋਖ ਹੋਣੀ ਚਾਹੀਦੀ ਹੈ, ਪੜਤਾਲ ਹੋਣੀ ਚਾਹੀਦੀ ਹੈ। ਜੀ ਮੇਰਾ ਆਖਰੀ ਸਵਾਲ ਹੈ ਆਪ ਨੂੰ ਕਿ ਜਿਵੇਂ ਹੁਣ ਤੁਸੀਂ ਜ਼ਿਕਰ ਕੀਤਾ ਕਿ ਪਾਰਟੀ ਪਹਿਲੇ ਜਾਂ ਕਾਂਗਰਸ ਦੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪਹਿਲਾਂ ਉਹਨਾਂ ਨੂੰ ਨਿਚੋੜ ਲਿੱਤਾ ਜਾਂਦਾ ਹੈ, ਕਿ ਭਾਜਪਾ ਦੇ ਵਿੱਚ ਕੀ ਵਰਕਰਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਬਿਹੇਵ ਜਿਹੜਾ ਉਹ ਕੀਤਾ ਜਾਂਦਾ? ਦੇਖੋ ਭਾਜਪਾ ਵਿੱਚ ਸਭ ਤੋਂ ਜਿਹੜੀ ਬੈਸਟ ਗੱਲ ਹੈ ਕਿ ਭਾਜਪਾ ਇੱਕ ਅਨੁਸ਼ਾਸਿਤ ਪਾਰਟੀ ਹੈ। ਇਹਦੇ ਵਿੱਚ ਡਿਸਪਲਿਨ ਜਿਹੜਾ ਹੈ ਉੱਪਰੋਂ ਲੈ ਕੇ ਥੱਲੇ ਤੱਕ ਚੇਨ ਆਫ ਕਮਾਂਡ ਬਿਲਕੁਲ ਕਲੀਅਰ ਹੈ। ਡਿਸੀਜਨ ਮੇਕਿੰਗ ਪਾਵਰ ਹੈ ਇਹਨਾਂ ਦੀ ਲੀਡਰਸ਼ਿਪ ਵਿੱਚ, ਇਹਨਾਂ ਦੀ ਲੀਡਰਸ਼ਿਪ ਡਿਸਿਸਿਵ ਹੈ। ਉਹ ਜੋ ਗੱਲ ਕਰਦੇ ਆ ਉਹ ਸੋਚ ਸਮਝ ਕੇ ਔਰ ਇਹੋ ਜੀ ਗੱਲ ਕਰਦੇ ਜਿਸ ਤੇ ਉਸ ਤੋਂ ਬਾਅਦ ਉਹ ਪੂਰਾ ਖੜੇ ਹੁੰਦੇ ਆ। ਇਹਨਾਂ ਵਾਂਗੂ ਨਹੀਂ ਕਿ ਉੱਪਰ ਲੀਡਰਸ਼ਿਪ ਕੁਛ ਕਹਿ ਰਹੀ ਹੈ, ਥੱਲੇ ਪੰਜਾਬ ਲੀਡਰਸ਼ਿਪ ਕੁਛ ਕਹਿ ਰਹੀ ਹੈ। ਤੁਹਾਡੇ ਸਾਹਮਣੇ ਹੀ ਹੈ, ਉੱਪਰ ਸਮਝੌਤੇ ਹੋਈ ਜਾਂਦੇ ਆ, ਥੱਲੜੇ ਕਹਿੰਦੇ ਅਸੀਂ ਮੰਨਦੇ ਨਹੀਂ, ਅਸੀਂ ਇਕੱਠੇ ਨਹੀਂ ਲੜਾਂਗੇ, ਅਸੀਂ ਅੱਡ ਲੜਾਂਗੇ, ਕੋਈ ਕਹਿੰਦਾ ਇਕੱਠੇ ਲੜਾਂਗੇ। ਮਤਲਬ ਇਹਨਾਂ ਦਾ ਜਿੱਦਾਂ ਦਾ ਇਹ ਇੱਕ ਰਕਸ ਹਰ ਵੇਲੇ ਕ੍ਰੀਏਟ ਕਰਕੇ ਰੱਖਦੇ, ਕੋਈ ਡਿਸਪਲਿਨ ਨਹੀਂ। ਟਿਕਟਾਂ ਵੇਲੇ ਤੁਸੀਂ ਦੇਖੋ ਨਵਜੋਤ ਸਿੱਧੂ ਜੀ ਦਾ ਮੂੰਹ ਕਿਸੇ ਵੱਲ ਸੀਗਾ, ਸੀਨੀਅਰ ਲੀਡਰ ਬਾਕੀ ਸੀਨੀਅਰ ਲੀਡਰਸ਼ਿਪ ਦਾ ਮੂੰਹ ਕਿਸੇ ਪਾਸੇ ਸੀਗਾ, ਕਿਸੇ ਨੂੰ ਪਤਾ ਨਹੀਂ ਸੀ ਕੀ ਚੱਲ ਰਿਹਾ, ਕਿਹਦੇ ਦਰ ਤੇ ਜਾਈਏ, ਉਹਦੇ ਜਾਈਏ ਤਾਂ ਦੂਜਾ ਮਗਰ ਪੈ ਜਾਂਦਾ ਸੀ, ਦੂਜੇ ਜਾਂਦੇ ਸੀ। ਭਾਜਪਾ ਵਿੱਚ ਇਹੋ ਜੀ ਕੋਈ ਕਨਫਿਊਜ਼ਨ ਨਹੀਂ ਹੈ, ਚੇਨ ਆਫ ਕਮਾਂਡ ਬਿਲਕੁਲ ਕਲੀਅਰ ਹੈ। ਔਰ ਦੂਸਰੀ ਗੱਲ, ਭਾਜਪਾ ਜਿਹੜੀ ਪਾਰਟੀ ਹੈ ਉਹ ਆਪਣੇ ਵਰਕਰ ਦੇ ਨਾਲ ਖੜਦੀ ਹੈ ਔਰ ਵਰਕਰ ਨੂੰ ਇੰਨਾ ਕੁ ਸક્ષਮ ਇਹ ਕਰਦੇ ਆ ਕਿ ਉਹ ਆਪਣੇ ਇਲਾਕੇ ਵਾਸਤੇ ਜਿਹੜਾ ਕੰਮ ਹੈ ਜਾਂ ਆਪਣੇ ਇਲਾਕੇ ਲਈ ਜੇ ਉਹ ਕੁਝ ਕਰਨਾ ਚਾਹੁੰਦੇ ਤਾਂ ਪਾਰਟੀ ਉਹਨਾਂ ਦੀ ਹਰ ਤਰੀਕੇ ਨਾਲ ਉਹਨਾਂ ਦੀ ਮਦਦ ਕਰਦੀ ਹੈ। ਕੁਛ ਜਗ੍ਹਾ ਦੇ ਉੱਤੇ ਲੋਕ ਮਾੜੇ ਐਸੇ ਹੋ ਜਾਂਦੇ ਨੇ ਕਿ ਜਿਨ੍ਹਾਂ ਨੂੰ ਛੱਡ ਲੋਕਾਂ ਨੂੰ ਆਉਂਦਾ। ਅੱਜ ਜੇ ਉੱਧਰਲਾ ਕੁਣਬਾ ਘਟ ਕੇ ਇੱਧਰ ਨੂੰ ਵੱਧ ਰਿਹਾ, ਅੱਜ ਇਸ ਪਾਰਟੀ ਨੂੰ ਚਲਾਉਣ ਵਾਲੇ ਲੋਕ ਚੰਗੇ ਨੇ, ਚਲਾਉਣ ਵਾਲਿਆਂ ਦੀ ਸੋਚ ਇੱਕ ਚੰਗੀ ਹੈ, ਜਿਹੜੀ ਸੋਚ ਨੂੰ ਦੇਖਦੇ ਹੋਏ ਬਹੁਤ ਸਾਰੇ ਨੌਜਵਾਨ, ਬਹੁਤ ਸਾਰੇ ਲੋਕ ਇੱਧਰ ਜੁੜਨਾ ਸ਼ੁਰੂ ਕਰ ਰਹੇ ਨੇ। ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਧੀਆ ਤਰੀਕੇ ਦੇ ਨਾਲ ਇਸ ਪਰਿਵਾਰ ਨੂੰ ਵਧਾਵਾਂਗੇ ਤੇ ਆਪਣੇ ਸੂਬੇ ਦੇ ਲਈ ਕੰਮ ਕਰਾਂਗੇ। ਤੇ ਹੁਣ ਕੀ ਜ਼ਿੰਮੇਵਾਰੀ ਦਿੱਤੀ ਹੈ ਜੀ ਭਾਜਪਾ ਜੀ? ਜ਼ਿੰਮੇਵਾਰੀ ਜਿਸ ਤਰੀਕੇ ਦੇ ਨਾਲ ਵੀ ਪਾਰਟੀ ਲਾਏਗੀ ਗਰਾਊਂਡ ਲੈਵਲ ਤੇ ਉਸ ਤਰੀਕੇ ਤੇ ਕੰਮ ਕੀਤਾ ਜਾਏਗਾ। ਧੰਨਵਾਦ। ਤਾਂ ਕਾਂਗਰਸ ਦਾ ਹੱਥ ਛੱਡ ਹੁਣ ਕਮਲ ਦਾ ਜਿਹੜਾ ਫੁੱਲ ਹੁਣ ਸਾਬਕਾ ਜਿਹੜੇ NSY ਦੇ ਪ੍ਰਧਾਨ ਨੇ ਅਕਸ਼ੇ ਸ਼ਰਮਾ ਉਹਨਾਂ ਵੱਲੋਂ ਹੁਣ ਫੜਿਆ ਗਿਆ। ਤਾਂ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕਾਂਗਰਸ ਪਾਰਟੀ ਦਾ ਹੁਣ ਅਗਲਾ ਕਦਮ ਕੀ ਹੋਏਗਾ, ਕਿਉਂਕਿ ਕਾਂਗਰਸ ਦੇ ਵਿੱਚ ਜਿਹੜੇ ਵਰਕਰ ਹੈਗੇ ਨੇ ਜਾਂ ਅਹੁਦੇਦਾਰ ਹੈਗੇ ਨੇ ਲਗਾਤਾਰ ਕਾਂਗਰਸ ਜਿਹੜਾ ਛੱਡ ਕੇ ਬਾਕੀ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ। ਤਾਂ ਹੁਣ ਕਾਂਗਰਸ ਪਾਰਟੀ ਆਪਣਾ ਕਿਸ ਤਰੀਕੇ ਦੇ ਨਾਲ ਆਪਣਾ ਕੰਮ ਕਰਦੀ ਹੈ ਜਾਂ ਇੱਕ ਵਰਕਰਾਂ ਦੇ ਵਿੱਚ ਕਿਸ ਤਰੀਕੇ ਦਾ ਇੱਕ ਵਿਸ਼ਵਾਸ ਜਤਾਉਂਦੀ ਹੈ ਕਿ ਪਾਰਟੀ ਜਿਹੜੀ ਆ ਉਹਨਾਂ ਨੂੰ ਬਣਦਾ ਮਾਨ ਸਨਮਾਨ ਦੇਗੀ ਜਾਂ ਨਹੀਂ, ਤਾਂ ਫਿਰ ਕੀ ਦੇਖਣਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਫਿਰ ਹੋਰ ਵਰਕਰ ਜਾਂ ਆਗੂ ਜਿਹੜੇ ਨੇ ਪਾਰਟੀਆਂ ਛੱਡ ਕੇ ਜਾਂਦੇ ਨੇ। ਕੈਮਰਾਮੈਨ ਮੋਹਨ ਦੇ ਨਾਲ ਸਨੀ ਅਟਵਾਲ, ਚੰਡੀਗੜ੍ਹ।